ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਨਾਂ ਪੈ ਗਿਆ ਮਸ਼ਹੂਰੀਆਂ ਵਾਲੀ ਸਰਕਾਰ, ਔਰ ਇਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਪੰਜਾਬ ਦੇ ਵਿੱਚ ਵੀ ਹੈ। ਪਰ ਹੁਣ ਜਿਸ ਤਰ੍ਹਾਂ ਦਾ ਜਵਾਬ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਦੇ ਵਿੱਚ ਦਿੱਤਾ ਔਰ ਆਪਣਾ ਬਜਟ ਦੱਸਿਆ ਕਿ ਉਹਨਾਂ ਦਾ ਕਿੰਨਾ ਮਸ਼ਹੂਰੀਆਂ ਦਾ, ਐਡਵਰਟੀਜ਼ਮੈਂਟ ਦਾ ਕਿੰਨਾ ਬਜਟ ਆ ਜਿਹੜੀਆਂ ਉਹ ਅਖਬਾਰਾਂ ਨੂੰ ਦਿੰਦੇ ਨੇ, ਨਿਊਜ਼ ਚੈਨਲਸ ਨੂੰ ਦਿੰਦੇ ਨੇ ਜਾਂ ਡਿਜੀਟਲ ਮੀਡੀਆ ਨੂੰ ਦਿੰਦੇ ਨੇ। ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ, ਕਹਿੰਦੇ ਤੁਹਾਡੇ ਕੋਲ ਤਾਂ ਪੈਸਾ ਹੀ ਬਹੁਤ ਆ, ਤੁਹਾਡਾ ਤਾਂ 1 ਸਾਲ ਦਾ ਜਿਹੜਾ ਬਜਟ ਉਹ ਇੰਨਾ ਕਿ ਤੁਸੀਂ ਲੋਕਾਂ ਦੀ ਭਲਾਈ ਕਰ ਸਕਦੇ ਹੋ। ਘੱਟੋ ਘੱਟ ਜਿਹੜਾ ਰੈਪਿਡ ਰੇਲ ਟ੍ਰਾਂਜ਼ਿਟ ਸਿਸਟਮ ਆ ਉਹਦੇ ਲਈ ਤੁਸੀਂ 1 ਸਾਲ ਦਾ ਹੀ ਪੈਸਾ ਦੇ ਦਿਓ, ਇੰਨਾ ਹੀ ਕਾਫੀ ਆ। ਇਸ ਬਾਰੇ ਤਮਾਮ ਗੱਲ ਕਰਾਂਗੇ ਕਿ ਸੁਪਰੀਮ ਕੋਰਟ ਦੇ ਵਿੱਚ ਕੀ ਗੱਲਬਾਤ ਹੋਈ ਮਸ਼ਹੂਰੀਆਂ ਵਾਲੀ ਸਰਕਾਰ ਨੂੰ ਲੈ ਕੇ, ਤੇ ਨਾਲ ਹੀ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਨੂੰ, ਤਾਰਾ ਸਿੰਘ ਇਸ ਟਾਈਮ 83 ਵਰਿਆਂ ਦਾ, ਤਾਰਾ ਸਿੰਘ ਨੇ ਗੋਆ ਲਿਬਰੇਸ਼ਨ ਆਪਰੇਸ਼ਨ ਦੇ ਵਿੱਚ ਜਦੋਂ ਗੋਆ ਪੁਰਤਗਾਲੀਆਂ ਤੋਂ, ਜਦੋਂ ਪੋਰਚੁਗੀਜ਼ ਉੱਥੇ ਸੀ ਉਹਨਾਂ ਦਿਨਾਂ ਦੇ ਵਿੱਚ ਜਦੋਂ 1961 ਦੇ ਵਿੱਚ ਲਿਬਰੇਟ ਕਰਵਾਇਆ ਤੇ ਉਹਦੇ ਸਿਰ 'ਚ ਗੋਲੀ ਵੱਜ ਗਈ, ਜਿਹੜੀ ਅੱਜ ਵੀ ਇਸ ਤਾਰਾ ਸਿੰਘ ਜੋ 83 ਵਰਿਆਂ ਦਾ ਉਹਦੇ ਸਿਰ ਦੇ ਵਿੱਚ ਫਸੀ ਹੋਈ ਆ। ਲੇਕਿਨ ਪਿਛਲੇ 60 ਸਾਲਾਂ ਤੋਂ ਉਹਦੀ ਪੈਨਸ਼ਨ ਬੰਦ ਆ। ਕਹਿੰਦੇ ਨਹੀਂ ਜੀ, ਤੁਹਾਡੀ ਜਿਹੜੀ ਡਿਸੇਬਿਲਿਟੀ ਆ ਜਾਂ ਜਿਸ ਤਰ੍ਹਾਂ ਤੁਸੀਂ ਨੌਕਰੀ ਤੋਂ ਬਾਹਰ ਕੀਤੇ ਗਏ ਹੋ, ਤੁਹਾਡੀ ਡਿਸੇਬਿਲਿਟੀ 20% ਤੋਂ ਘੱਟ ਆ। ਜੇ 20% ਤੋਂ ਵੱਧ ਹੁੰਦੀ ਤਾਂ ਤੁਹਾਨੂੰ ਪੈਨਸ਼ਨ ਮਿਲਦੀ, ਤੇ ਹੁਣ ਜਾ ਕੇ 60 ਸਾਲਾਂ ਬਾਅਦ ਉਹਨਾਂ ਦੀ ਪੈਨਸ਼ਨ ਬਹਾਲ ਹੋਈ ਆ। ਇਸ ਬਾਰੇ ਵੀ ਗੱਲ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਸੁਪਰੀਮ ਕੋਰਟ ਦੇ ਵਿੱਚ ਇੱਕ ਜਾਣਕਾਰੀ ਦਿੱਤੀ ਗਈ। ਅਮਾਈਕਸ ਕਿਊਰੀ ਜਿਹੜੇ ਸੁਪਰੀਮ ਕੋਰਟ ਦੇ ਇੱਕ ਵਕੀਲ, ਉਹਨਾਂ ਦੇ ਦੋਸਤ ਹੁੰਦੇ ਆ, ਫਰੈਂਡ ਹੁੰਦੇ ਆ, ਉਹਨਾਂ ਨੇ ਦੱਸਿਆ ਕਿ ਲਗਭਗ 44% ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਯਾਨੀ ਕਿ ਸੰਸਦ, ਰਾਜ ਸਭਾ ਦੇ ਲਗਭਗ 33% ਕਹਿ ਸਕਦੇ ਹੋ, ਤੇ ਜੇ MLAs ਕਹਿ ਲਓ ਉਹ ਲਗਭਗ 43% ਇਸ ਤਰ੍ਹਾਂ ਦੇ ਨੇ ਜਿਨ੍ਹਾਂ ਤੇ ਕ੍ਰਿਮੀਨਲ ਕੇਸਿਸ ਨੇ, ਜਿਨ੍ਹਾਂ ਤੇ ਬੜੇ ਸੰਗੀਨ ਦੋਸ਼ ਨੇ। ਤੇ ਸੁਪਰੀਮ ਕੋਰਟ ਚਾਹੁੰਦਾ ਕਿ ਇਹਨਾਂ ਸਾਰਿਆਂ ਕੇਸਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਹੋਵੇ। ਤੇ ਅਖੀਰ ਦੇ ਵਿੱਚ ਗੱਲ ਕਰਾਂਗੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹਨਾਂ ਨੇ ਬੜਾ ਤਕੜਾ ਹਮਲਾ ਬੋਲਿਆ, ਔਰ ਹਮਲਾ ਬੋਲਿਆ ਵਿਰੋਧੀ ਪਾਰਟੀਆਂ ਤੇ। ਕਹਿੰਦੇ ਜਿਸ ਤਰ੍ਹਾਂ ਦਾ ਇਹ ਬਿਹੇਵ ਕਰ ਰਹੇ ਨੇ, ਜਿਸ ਤਰ੍ਹਾਂ ਦਾ ਇਹਨਾਂ ਦਾ ਕੰਡਕਟ ਆ ਪਾਰਲੀਮੈਂਟ ਦੇ ਵਿੱਚ, ਜਿਸ ਤਰ੍ਹਾਂ ਇਹ ਪਾਰਲੀਮੈਂਟ ਚੱਲਣ ਨਹੀਂ ਦੇ ਰਹੇ, ਕਹਿੰਦੇ ਲੱਗਦਾ ਇਹਨਾਂ ਨੇ ਇਰਾਦਾ ਬਣਾ ਲਿਆ ਜਾਂ ਇਹਨਾਂ ਨੇ ਇੱਕ ਤਰ੍ਹਾਂ ਦਾ ਠਾਣ ਲਿਆ ਕਿ ਅਸੀਂ ਵਿਰੋਧੀ ਪਾਰਟੀਆਂ ਜਾਂ ਅਸੀਂ ਆਪੋਜੀਸ਼ਨ 'ਚ ਹੀ ਰਹਿਣਾ, ਅਸੀਂ ਵਿਰੋਧ 'ਚ ਹੀ ਰਹਿਣਾ, ਅਸੀਂ ਸੰਨ 2024 ਦੇ ਵਿੱਚ ਸੱਤਾ 'ਚ ਨਹੀਂ ਆਉਣਾ। ਬੀਤੇ 3 ਜੁਲਾਈ ਨੂੰ ਸੁਪਰੀਮ ਕੋਰਟ ਨੂੰ ਉਸ ਵਕਤ ਥੋੜਾ ਗੁੱਸਾ ਆ ਗਿਆ, ਜਾਂ ਕਹਿ ਲਓ ਉਹਨਾਂ ਦੀ ਇਸ ਨਾਰਾਜ਼ਗੀ ਦਾ ਇੱਕ ਕਾਰਨ ਬਣਿਆ ਜਦੋਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਉਹਦੇ ਕੋਲ ਤਾਂ ਪੈਸਾ ਹੀ ਹੈ ਨਹੀਂ। ਖਾਸ ਤੌਰ ਤੇ ਰੈਪਿਡ ਰੇਲ ਟ੍ਰਾਂਜ਼ਿਟ ਸਿਸਟਮ, ਜਿਹੜੇ ਸਿਸਟਮ ਦੇ ਅਧੀਨ ਉੱਥੋਂ ਟ੍ਰੇਨ ਚੱਲੀਆਂ ਨੇ, ਰੇਲਾਂ ਚੱਲਣੀਆਂ ਨੇ, ਔਰ ਇਹ ਚੱਲਣੀਆਂ ਨੇ ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼, ਆਸੇ-ਪਾਸੇ ਦਾ ਜਿੰਨਾ ਨੈਸ਼ਨਲ ਕੈਪੀਟਲ ਰੀਜਨ ਆ, ਇਸ ਨੂੰ ਕਵਰ ਕਰਨਾ ਤਾਂ ਕਿ ਲੋਕਾਂ ਨੂੰ ਆਉਣ ਜਾਣ ਦੀ ਸਹੂਲੀਅਤ ਹੋਵੇ, ਲੋਕੀ ਛੇਤੀ ਆਪਣੇ ਡੈਸਟੀਨੇਸ਼ਨ ਤੇ ਟਰੈਵਲ ਕਰ ਸਕਣ, ਜਾਂ ਆਪਣੇ ਜਿੰਨੇ ਵੀ ਸਥਾਨ ਨੇ ਜਿੱਥੇ ਉਹ ਜਾਣਾ ਚਾਹੁੰਦੇ ਨੇ ਉੱਥੇ ਛੇਤੀ ਪਹੁੰਚ ਸਕਣ। ਇਹ ਗੱਲ ਜਦੋਂ ਪਿਛਲੇ ਦਿਨਾਂ ਦੇ ਵਿੱਚ ਆਈ ਤੇ ਅਰਵਿੰਦ ਕੇਜਰੀਵਾਲ ਕਹਿੰਦੇ ਸਾਡੀ ਕੋਲੇ, ਸਰਕਾਰ ਕੋਲੇ ਤਾਂ ਪੈਸਾ ਹੀ ਹੈ ਨਹੀਂ। ਤੇ ਸੁਪਰੀਮ ਕੋਰਟ ਨੇ ਉਦੋਂ ਕਿਹਾ ਸੀ 3 ਜੁਲਾਈ ਨੂੰ, ਬੀਤੀ 3 ਜੁਲਾਈ ਨੂੰ, ਕਿ ਸਾਨੂੰ ਦੱਸੋ ਕਿ ਤੁਹਾਡਾ ਪਿਛਲੇ 3 ਸਾਲਾਂ ਦਾ ਬਜਟ ਕਿੰਨਾ। ਬਜਟ ਕਿਸ ਚੀਜ਼ ਦਾ ਮੰਗਿਆ ਸੀ? ਐਡਵਰਟੀਜ਼ਮੈਂਟ ਦਾ, ਮਸ਼ਹੂਰੀਆਂ ਦਾ, ਕਿ ਕਿੰਨੀਆਂ ਕੁ ਮਸ਼ਹੂਰੀਆਂ ਤੁਸੀਂ ਦਿੰਦੇ ਹੋ, ਜਿਹੜਾ ਤੁਸੀਂ ਐਡਵਰਟੀਜ਼ਮੈਂਟਸ ਦਿੰਦੇ ਹੋ ਅਖਬਾਰਾਂ ਨੂੰ, ਜਾਂ ਤੁਸੀਂ ਦਿੰਦੇ ਹੋ TV ਚੈਨਲਸ ਨੂੰ, ਜਾਂ ਤੁਸੀਂ ਡਿਜੀਟਲ ਮੀਡੀਆ ਨੂੰ ਦਿੰਦੇ ਹੋ, ਉਹ ਸਾਰੇ ਦਾ ਸਾਰਾ ਪਿਛਲੇ 3 ਸਾਲਾਂ ਦਾ ਬਿਊਰਾ ਸਾਡੇ ਕੋਲ ਲੈ ਕੇ ਆਓ। ਤੇ ਬੀਤੇ ਕੱਲ ਯਾਨੀ ਕਿ 24 ਜੁਲਾਈ ਨੂੰ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਜਾ ਕੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਇਹ ਸਾਰਾ ਬਿਊਰਾ ਦਿੱਤਾ ਕਿ ਉਹਨਾਂ ਦਾ ਪਿਛਲੇ 3 ਸਾਲਾਂ ਦਾ ਬਜਟ ਕਿੰਨਾ ਸੀ, ਤੇ ਸੁਪਰੀਮ ਕੋਰਟ ਵੀ ਦੇਖ ਕੇ ਹੈਰਾਨ ਰਹਿ ਗਿਆ। 1100 ਕਰੋੜ ਰੁਪਈਆ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਪਿਛਲੇ 3 ਸਾਲਾਂ ਦੇ ਵਿੱਚ ਕੇਵਲ ਤੇ ਕੇਵਲ ਪਬਲਿਸਿਟੀ ਤੇ, ਆਪਣੀ ਮਸ਼ਹੂਰੀ ਤੇ, ਆਪਣੇ ਪ੍ਰੋਪੋਗੈਂਡਾ ਤੇ ਖਰਚਤਾ। ਇਹ ਦੇਖ ਕੇ ਸੁਪਰੀਮ ਕੋਰਟ ਦੇ ਜਸਟਿਸ SK ਕੌਲ ਤੇ ਇਸੇ ਤਰ੍ਹਾਂ
ਉਹਨਾਂ ਦੇ ਨਾਲ ਜਿਹੜੇ ਇਸ ਬੈਂਚ ਨੂੰ ਲੀਡ ਕਰ ਰਹੇ ਸੀ ਉਹ ਵੀ ਹੈਰਾਨ ਰਹਿ ਗਏ। ਕਹਿੰਦੇ ਤੁਹਾਡੇ ਕੋਲ ਤਾਂ ਪੈਸਾ ਹੀ ਬਹੁਤ ਆ, ਤੁਸੀਂ ਤਾਂ ਕੇਵਲ ਜੇ 1 ਸਾਲ ਦਾ ਬਜਟ ਵੀ ਦੇ ਦਿਓ, ਜਸਟਿਸ ਐਸ ਕੇ ਕੌਲ ਕਹਿੰਦੇ ਆ, ਤਾਂ ਵੀ ਜਿਹੜਾ ਇਹ ਰੈਪਿਡ ਰੇਲ ਟ੍ਰਾਂਜ਼ਿਟ ਸਿਸਟਮ ਆ, ਜਿਹਨੂੰ RRTS ਵੀ ਕਹਿ ਦਿੰਦੇ ਆ, ਕਹਿੰਦੇ ਇਹ ਪੂਰਾ ਹੋ ਜਾਊਗਾ। ਪਰ ਕਹਿੰਦੇ ਜੇ ਤੁਸੀਂ ਪੈਸੇ ਨਾ ਦਿੱਤੇ ਤਾਂ ਅਸੀਂ ਤੁਹਾਡਾ ਜਿਹੜਾ ਐਡ ਦਾ ਬਜਟ ਆ, ਮਸ਼ਹੂਰੀਆਂ ਦਾ ਬਜਟ ਆ, ਪਬਲਿਸਿਟੀ ਦਾ ਬਜਟ ਆ, ਅਸੀਂ ਅਟੈਚ ਕਰ ਦੇਵਾਂਗੇ। ਇੱਥੋਂ ਤੱਕ ਸੁਪਰੀਮ ਕੋਰਟ ਨੂੰ ਕਹਿਣਾ ਪੈ ਗਿਆ। ਤੁਸੀਂ ਆਪ ਦੇਖੋ ਕਿ ਜਦੋਂ ਅਰਵਿੰਦ ਕੇਜਰੀਵਾਲ, ਇਹਨਾਂ ਨੂੰ ਵੈਸੇ ਇਸ ਸਰਕਾਰ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਜਾਂ ਨੁਮਾਇੰਦਗੀ ਕਰ ਰਹੇ ਸੀ ਕੋਰਟ ਦੇ ਵਿੱਚ, ਅਭਿਸ਼ੇਕ ਮਨੂ ਸਿੰਘ ਵੀ, ਉਹੀ ਅਭਿਸ਼ੇਕ ਮਨੂ ਸਿੰਘ ਵੀ ਜਿਹੜੇ ਕਾਂਗਰਸ ਦੇ ਲੀਡਰ ਨੇ, ਵੈਸੇ ਸੁਪਰੀਮ ਕੋਰਟ ਦੇ ਵਕੀਲ ਨੇ, ਕਾਂਗਰਸ ਦੇ ਸਪੋਕਸਪਰਸਨ ਵੀ ਨੇ, ਉਹ ਇਸ ਟਾਈਮ ਅਰਵਿੰਦ ਕੇਜਰੀਵਾਲ ਦਾ ਜਾਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਦਾ ਕੇਸ ਲੜ ਰਹੇ ਆ। ਜਦੋਂ ਇਹ ਗੱਲ ਕਹੀ ਗਈ ਤੇ ਅਭਿਸ਼ੇਕ ਮਨੂ ਸਿੰਘ ਵੀ ਕੋਰਟ ਨੂੰ ਕਹਿੰਦੇ ਕਿ ਜੀ ਤੁਸੀਂ ਇਸ ਤਰ੍ਹਾਂ ਨਾ ਕਰੋ, ਇਹਨਾਂ ਦਾ ਐਡ ਬਜਟ ਨਾ ਅਟੈਚ ਕਰੋ, ਇਹ ਹੌਲੀ ਹੌਲੀ ਪੈਸੇ ਦੇ ਦੇਣਗੇ, ਪੈਸੇ ਅਸੀਂ ਜ਼ਰੂਰ ਦੇਵਾਂਗੇ, ਪਰ ਹਾਂ ਕਿਸ਼ਤਾਂ ਦੇ ਵਿੱਚ ਸਾਡੇ ਤੋਂ ਪੈਸੇ ਲੈ ਲਓ, ਕਿਉਂਕਿ ਇਹਦੇ ਨਾਲ ਸਰਕਾਰ ਦਾ ਜਿਹੜਾ ਬਜਟ ਆ ਉਹ ਹਿੱਲ ਜੂਗਾ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਦਾ। ਵੈਸੇ ਮੈਂ ਤੁਹਾਨੂੰ ਅਰਵਿੰਦ ਕੇਜਰੀਵਾਲ ਸਰਕਾਰ ਦਾ ਇਹ ਵੀ ਹਾਲਾਤ ਦੱਸਦਾ। ਤੁਹਾਨੂੰ ਯਾਦ ਹੋਣਾ ਕਿ ਡੀਕੰਪੋਜ਼ਰਸ ਇਹਨਾਂ ਨੇ ਇੱਕ ਵਾਰੀ ਮੰਗਾਏ ਸੀ, ਬਾਇਓ ਡੀਕੰਪੋਜ਼ਰਸ, ਉਹਨਾਂ ਦੇ ਨਾਲ ਇਹਨਾਂ ਨੇ ਇੱਕ ਡੈਮੋਨਸਟ੍ਰੇਸ਼ਨ ਦਿੱਤੀ ਸੀ। ਉਸ ਡੈਮੋਨਸਟ੍ਰੇਸ਼ਨ ਦੇ ਵਿੱਚ ਇਹਨਾਂ ਨੇ ਦਿਖਾਇਆ ਸੀ ਕਿ ਜਿਹੜੀ ਸਟਬਲ ਬਰਨਿੰਗ ਆ ਜਾਂ ਜਿਹੜੀ ਪਰਾਲੀ ਆ, ਜੇ ਪਰਾਲੀ ਨਾ ਸਾੜੀ ਜਾਵੇ ਤਾਂ ਉਹਦੇ ਨਾਲ ਪ੍ਰਦੂਸ਼ਣ ਨਾ ਫੈਲੇ, ਤੇ ਜੇ ਪਰਾਲੀ ਨੂੰ ਖਤਮ ਕਰਨਾ ਤੇ ਉਹਦੇ ਲਈ ਇਹਨਾਂ ਨੇ ਬਾਇਓ ਡੀਕੰਪੋਜ਼ਰ, ਜਿਹੜਾ ਕਿ ਲਗਭਗ 63 ਲੱਖ ਦਾ, ਬਲਕਿ 68 ਲੱਖ ਦਾ ਉਹ ਸੀ, ਉਹ ਸਾਰੀ ਡੈਮੋਨਸਟ੍ਰੇਸ਼ਨ ਦਿੱਤੀ ਸੀ। ਚੰਗੀ ਗੱਲ ਆ, ਲੋਕਾਂ ਨੂੰ ਇਹ ਗੱਲ ਪਸੰਦ ਵੀ ਬਹੁਤ ਆਈ ਕਿ ਚਲੋ ਘੱਟੋ ਘੱਟ ਅਰਵਿੰਦ ਕੇਜਰੀਵਾਲ ਦੀ ਸਰਕਾਰ ਕੋਈ ਹੱਲ ਤਾਂ ਲੱਭ ਰਹੀ ਆ ਪਰਾਲੀ ਦਾ, ਕਿਉਂਕਿ ਪਰਾਲੀ ਜੇ ਸਾੜਦੇ ਆ ਉਹਦੇ ਨਾਲ ਧੂਆਂ ਫੈਲਦਾ, ਪ੍ਰਦੂਸ਼ਣ ਫੈਲਦਾ। ਪਰ ਜਿਹੜੇ ਮੈਂ ਤੁਹਾਨੂੰ ਗੱਲ ਦੱਸਣੀ ਆ ਉਹ ਗੱਲ ਇਹ ਨਹੀਂ ਦੱਸਣੀ ਕਿ ਉਹਨਾਂ ਨੇ ਬਾਇਓ ਡੀਕੰਪੋਜ਼ਰ ਲਾਤੇ ਸੀ। ਅਸਲ ਦੇ ਵਿੱਚ ਉਸ ਚੀਜ਼ ਦੀ ਮਸ਼ਹੂਰੀ ਕਰਨ ਲਈ 23 ਕਰੋੜ ਰੁਪਇਆ ਕੇਵਲ ਮਸ਼ਹੂਰੀਆਂ ਤੇ ਲਾਤਾ ਸੀ, ਪਬਲਿਸਿਟੀ ਤੇ ਲਾਤਾ ਸੀ। ਇਹ ਸਾਰਾ ਕੁਝ ਔਨ ਰੈਕਡ ਆ। ਤੁਸੀਂ ਆਪ ਦੇਖੋ, 68 ਲੱਖ ਦੀ ਮਸ਼ੀਨ ਹੋਵੇ ਤੇ ਉਹ ਡੀਕੰਪੋਜ਼ਰ ਹੋਵੇ ਤੇ ਕੇਵਲ ਉਹਨੂੰ ਮਸ਼ਹੂਰੀਆਂ ਕਰਨ ਲਈ ਜਾਂ ਆਪਣੇ ਆਪ ਦਾ ਪ੍ਰੋਪੇਗੈਂਡਾ ਲਈ ਕਿਸ ਤਰ੍ਹਾਂ 23 ਕਰੋੜ ਰੁਪਇਆ ਖਰਚਤਾ। ਵੈਸੇ 1 ਸਾਲ ਦਾ ਬਜਟ ਅਰਵਿੰਦ ਕੇਜਰੀਵਾਲ ਦੀ ਸਰਕਾਰ ਦਾ ਮਸ਼ਹੂਰੀਆਂ ਦਾ 490 ਕਰੋੜ ਤੱਕ ਵੀ ਆਇਆ ਹੋਇਆ, ਜਦ ਕਿ ਇਹ ਜਿਹੜਾ RRTS ਸਿਸਟਮ ਆ, ਜਿਹਨੂੰ ਰੈਪਿਡ ਰੇਲ ਟ੍ਰਾਂਜ਼ਿਟ ਸਿਸਟਮ ਕਹਿੰਦੇ ਆ, ਇਹਦੀ ਤਾਂ ਲੋੜ ਹੀ ਸਾਰੀ 412 ਕਰੋੜ ਦੀ ਆ, ਇਹ ਕਿਹਾ ਜਾ ਰਿਹਾ। ਖੈਰ ਇਹ ਇਕੱਲਾ ਵਾਕਿਆ ਨਹੀਂ ਹੈ, ਮੈਂ ਤੁਹਾਨੂੰ ਅੱਗੇ ਵੀ ਇੱਕ ਦਿਨ ਵਾਕਿਆ ਸੁਣਾਇਆ ਸੀ ਕਿ ਕਿਸ ਤਰ੍ਹਾਂ ਸਨ 2020 ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਜਦੋਂ ਇੱਕ ਸੌਫਟ ਹਿੰਦੂਤਵਾਦੀ ਰਾਜਨੀਤੀ ਸ਼ੁਰੂ ਕਰਤੀ ਸੀ, ਇਹਨਾਂ ਨੂੰ ਲੱਗਾ ਕਿ ਜੇ ਮੈਂ ਵੀ ਭਾਜਪਾ ਦੀ ਥੋੜੀ ਨਕਲ ਕਰਨ ਲੱਗ ਜਾ ਤੇ ਬਹੁਤ ਸਾਰਿਆਂ ਹਿੰਦੂ ਭਾਈਚਾਰੇ ਦੀਆਂ ਵੋਟਾਂ ਮੈਨੂੰ ਮਿਲ ਜਾਣ, ਤੇ ਇਹਨਾਂ ਨੇ ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸਨ 2020 ਦੇ ਵਿੱਚ 14 ਨਵੰਬਰ ਨੂੰ ਇੱਕ ਆਰਤੀ ਲక్ష్ਮੀ ਪੂਜਾ ਕਰਵਾਈ ਸੀ ਔਰ ਉਸ ਦਾ ਲਾਈਵ ਟੈਲੀਕਾਸਟ ਕੀਤਾ ਸੀ। ਲక్ష్ਮੀ ਪੂਜਾ ਚੰਗੀ ਗੱਲ ਆ, ਕਰਵਾਉਣੀ ਚਾਹੀਦੀ ਆ, ਔਰ ਅਰਵਿੰਦ ਕੇਜਰੀਵਾਲ ਨੇ ਵੀ ਕਰਵਾਈ। ਪਰ ਰੌਲਾ ਉਸ ਵਕਤ ਪਿਆ ਕਿ ਜਦੋਂ ਉਸ ਦਾ ਅੱਧੇ ਘੰਟੇ ਦੀ ਇਹ ਜਿਹੜੀ ਲక్ష్ਮੀ ਪੂਜਾ ਸੀ, ਇਹਦਾ ਲਾਈਵ ਟੈਲੀਕਾਸਟ ਹੋਇਆ ਔਰ ਇਹਦੇ ਲਈ 6 ਕਰੋੜ ਰੁਪਇਆ ਖਰਚਿਆ ਗਿਆ, ਯਾਨੀ ਕਿ ਹਰ ਮਿੰਟ 20 ਲੱਖ ਰੁਪਇਆ 1 ਮਿੰਟ ਦਾ। ਇਸ ਤਰ੍ਹਾਂ ਦੀ ਜਿਹੜੀ ਪੈਸੇ ਖਰਚਣ ਦੀ ਆਦਤ ਆ ਕੋਈ ਅਰਵਿੰਦ ਕੇਜਰੀਵਾਲ ਦੀ, ਔਰ ਲਗਾਤਾਰ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਕਿ ਜਦੋਂ ਤੋਂ ਇਹ ਸਰਕਾਰ ਆਈ ਆ, ਇਸ ਦਾ ਜਿਹੜਾ ਐਡਵਰਟਾਈਜ਼ਮੈਂਟ ਬਜਟ ਆ ਉਹ ਲਗਾਤਾਰ ਵਧ ਰਿਹਾ। ਬਲਕਿ ਇੱਕ ਮੈਂ ਰਿਪੋਰਟ ਪੜ੍ਹ ਰਿਹਾ ਸੀ ਕਿ 4000% ਤੋਂ ਵੀ ਜ਼ਿਆਦਾ ਅਰਵਿੰਦ ਕੇਜਰੀਵਾਲ ਦਾ ਬਜਟ ਪਿਛਲੇ ਜੇ 10 ਸਾਲਾਂ ਦੇ ਵਿੱਚ ਦੇਖਿਆ ਜਾਵੇ ਤੇ ਇਹਨਾਂ ਦੀ ਸਰਕਾਰ ਦਾ ਵੱਧ ਗਿਆ। ਸੋ ਇਸੇ ਕਰਕੇ ਅਰਵਿੰਦ ਕੇਜਰੀਵਾਲ ਨੂੰ ਵੀ ਤੇ ਭਗਵੰਤ ਮਾਨ, ਕਿਉਂਕਿ ਭਗਵੰਤ ਮਾਨ ਵੀ ਉਹਨਾਂ ਰਾਹ ਤੇ ਚੱਲ ਰਹੇ ਆ। ਤੁਸੀਂ ਮੋਹਾਲੀ ਦੇ ਵਿੱਚ ਦੇਖਿਆ ਹੋਣਾ ਜਾਂ ਆਸੇ-ਪਾਸੇ ਕਿਸ ਤਰ੍ਹਾਂ ਭਗਵੰਤ ਮਾਨ ਦੇ ਬੈਨਰਸ ਲੱਗੇ ਹੋਏ ਨੇ, ਪੋਸਟਰਸ ਲੱਗੇ ਹੋਏ ਨੇ, ਤੁਹਾਨੂੰ ਕੋਈ ਹੋਰ ਬੈਨਰ ਪੋਸਟਰ ਦਿਸਦਾ ਹੀ ਨਹੀਂ। ਕਿੰਨਾ ਜ਼ਿਆਦਾ ਪੈਸਾ ਖਰਚਿਆ ਗਿਆ, ਔਰ ਆਮ ਤੌਰ ਤੇ ਗੱਲ ਕਰਦੇ ਆ ਕਿ ਅਸੀਂ ਛੋਟਾ ਛੋਟਾ ਪੈਸਾ ਬਚਾਈਏ। ਕਦੇ ਟੋਲ ਪਲਾਜ਼ਾ ਤੇ ਜਾਂਦੇ ਨੇ, ਟੋਲ ਪਲਾਜ਼ੇ ਬੰਦ ਕਰਾਉਂਦੇ ਨੇ, ਪਰ ਜਦੋਂ ਮਸ਼ਹੂਰੀਆਂ ਦੀ ਗੱਲ ਆਉਂਦੀ ਆ, ਪ੍ਰੋਪੇਗੈਂਡਾ ਦੀ ਗੱਲ ਆਉਂਦੀ ਆ,
तो फिर ना तो दिल्ली सरकार ते ना ही पंजाब सरकार किसी तरह का कोई समझौता करती आ, खुल के पैसा खर्चते हैं ये मशहूरियां उत्ते। अफसर या ब्यूरोक्रेट्स साडे इंडियन सिस्टम नूं, भारतीय सिस्टम नूं किस तरह चलाउंदे ने, किस नूं इंसाफ देना, किस नूं इंसाफ नहीं देना, जिवें अंग्रेजी च कहंदे इन्हां दी विम्स एंड फैंसीज ते इन्हां ते सारा आधार रहिंदा कि किस तरह दियां ये पॉलिसीज़ बनाउणगे, किस तरह दियां पॉलिसीज़ नहीं बनाउणगे और इस नाल लोकां नूं फायदा होऊगा या नहीं होऊगा। तारा सिंह 83 वरियां दा हो गया, पर किसी टाइम ये इंडियन नेवी दे विच सर्व कर रहा सी, उत्थे सेवा कर रहा सी। मैं 1960 की गल कर रहा, लेकिन पिछले 60 सालों के दौरान इहदी पेंशन बंद सी, क्योंकि जिहड़ी इहदी डिसेबिलिटी सी, जिसनूं असीं कहने आ कि जदों कोई लड़ाई जांदा ते उस तो बाद उहदे कोई इंजरी हुंदी आ, सੱਟ वजदी आ ते वो एक तरह का अपाहिज हो जाता, वो दोबारा सर्विस या सेवा करन दे विच उन्ना योग नहीं रहिंदा ते फिर अमूमन उन्हूं घर भेज दिता जाता। पर इस तारा सिंह दे सिर दे विच अज भी जिहड़ी गोली वजी हुई आ 1961 दी, 1961 की गोली वजी हुई आ ते उस तो बाद इस नूं फिर भी डिसेबिलिटी या जिस तरह कहने अपाहज होण दी पेंशन नहीं दित्ती जाती। कहंदे कि तेरी जिहड़ी डिसेबिलिटी आ वो 20% तो घट आ, इस करके तू वो जिहड़ा मापदंड आ जां वो क्राइटेरिया उस नूं पूरा नहीं करदा, इस करके तैनूं पेंशन नहीं मिलनी। मैं थोड़ा जिहा दसदा कि तारा सिंह उस गोआ लिबरेशन ऑपरेशन दे विच सी। गोआ आपां नूं सारिआं नूं पता, अक्सर लोग उत्थे हुण अजकल छुट्टियां मनाउण जांदे ने। 456 साल 456 ईयर्स ये पुर्तगाल की एक तरह की कॉलोनी रहा, पोर्चुगल जिन्होंने आप कहने आ। उस तो बाद जाके 1961 दे विच इहदी जाके लिबरेशन हुंदी आ, जदों उत्थे एक ऑपरेशन किया जाता। ते तारा सिंह भी क्योंकि उस वक्त भर्ती हो चुका सी, 1960 दे विच भर्ती हुंदा। 18 दसंबर 1961 दे विच तुसीं देखो ये INS जिन्हों असीं इंडियन नेवल शिप कहने आ, उस वक्त त्रिशूल सी इंडियन नेवल शिप का, ਉਹਦੇ ਤੇ ਇਹ ਜਾ ਰਹੇ ਹੁੰਦੇ ਤੇ ਇਹਨਾਂ ਤੇ ਗੋਲੀਆਂ ਚੱਲਦੀਆਂ ਨੇ, ਇਹਨਾਂ ਤੇ ਅਟੈਕ ਹੁੰਦਾ ਤੇ ਇੱਕ ਗੋਲੀ ਇਸ ਤਾਰਾ ਸਿੰਘ ਦੇ ਸਿਰ 'ਚ ਵੱਜਦੀ ਆ, ਇਹ ਉੱਥੇ ਜ਼ਖਮੀ ਹੋ ਜਾਂਦਾ। ਬਾਅਦ ਦੇ ਵਿੱਚ ਇਹਦਾ ਇਲਾਜ ਹੁੰਦਾ ਤੇ 1963 ਦੇ ਵਿੱਚ ਇਸ ਨੂੰ ਘਰੇ ਭੇਜ ਦਿੱਤਾ ਜਾਂਦਾ। ਕਹਿੰਦੇ ਕਿ ਕਿਉਂਕਿ ਹੁਣ ਤੂੰ ਸਰਵਿਸ ਕਰਨ ਦੇ ਕਾਬਿਲ ਨਹੀਂ ਆ, ਤੂੰ ਘਰੇ ਚਲਾ ਜਾ। ਪਰ ਗੱਲ ਠੀਕ ਆ, ਕਿਉਂਕਿ ਉਸ ਤੋਂ ਬਾਅਦ ਇੱਕ ਸਰਵੇ ਹੁੰਦਾ ਜਿਹਨੂੰ ਅਸੀਂ ਕਹਿੰਦੇ ਆ रीसर्वे बोर्ड असैसड डिसेबिलिटी, असैसमेंट करता हो कि किसी भी व्यक्ति नूं किन्नी क डिसेबिलिटी है या उहदी जिहड़ी अपाहिजता वो किन्नी का। ते तारा सिंह दी 20% तो घट निकलदी आ, इस करके इस नूं पेंशन नहीं दित्ती जाती। ते हुण जाके इस नूं 60 सालां बाद इंसाफ मिलदा, जो चंडीगढ़ का एक बेंच आर्मड फोर्सिस ट्रिब्यूनल हुंदा, एक AFT भी उहनूं कह दिंदे आ, उत्थे जाके ये फैसला किया जाता। वो फैसला लैंदा कि तारा सिंह दे नाल बहुत वड्डा धक्का होया, इस दे नाल ना इंसाफी हुई आ। जिहड़े कहने आ कि पावर का अब्यूज़ होया, अपनी पावर का गलत इस्तेमाल किया, उन्हां सारे अफसरां ने जिन्हां ने इस उत्ते अपने फैसले लए और इस तारा सिंह नाम के व्यक्ति नूं पेंशन तो मरहूम रखिया। हुण इन्हां ने कहा, क्योंकि इन्हां दा तर्क ये सी, क्योंकि सन 2001 दे विच फिर नवे रूल आए, नोटिफिकेशन आई सरकार दी नवीं कि इन्हां सारिआं नूं भी पेंशनां दित्तियां जाण। ते हुण 60 सालां बाद जाके इस ट्रिब्यूनल दे फैसले तो बाद ये सारा कुछ बहाल हुंदा। जस्टिस धर्मचंद चौधरी ने उन्हां दा ये बेंच सी जिन्हां ने यह फैसला लिता और जिन्हां ने कहा यह सारा कुछ गैर कानूनी होया, आर्बिट्रेरी होया और किस तरह अब्यूज़ ऑफ पावर हुई है। हुण इन्हां दी जिहड़ी पेंशन आ वो बहाल कर दित्ती गई आ, पर तुसीं इस तो अंदाज़ा ला सकते हो कि साडा सिस्टम किस तरह वर्क करदा। सुप्रीम कोर्ट दे विच एक बड़ी अहम जानकारी जिहड़ी आ वो उत्थे आई आ, और जिस तरह मैं तुहानूं पहलां भी दस चुकिया कि जिहड़े वकील ने अमाइकस क्यूरी, जिन्हां नूं कोर्ट दे फ्रेंड कहा जाता जां वो कोर्ट की हैल्प कर रहे होंदे आ, मदद कर रहे होंदे आ, ताकि किसी केस दे विच जजिस नूं जिहड़ा बेंच हुंदा
ਉਹਨਾਂ ਨੂੰ ਸਾਰੀ ਜਾਣਕਾਰੀ ਮਿਲ ਸਕੇ। दरअसल सुप्रीम कोर्ट काफ़ी देर तो ये गल कर रहा लगभग सन 2016 तो कि ਜਿਹੜੇ ਮੈਂਬਰ ਪਾਰਲੀਮੈਂਟ ਐਮਪੀਜ਼ ਨੇ, ਚਾਹੇ ਲੋਕ ਸਭਾ ਦੇ ਰਾਜ ਸਭਾ ਦੇ ਨੇ ਜਾਂ ਜਿਹੜੇ ਐਮਐਲਏਜ਼ ਨੇ ਮੈਂਬਰ ਲੈਜਿਸਲੇਟਿਵ ਅਸੈਂਬਲੀ, ਇਹਨਾਂ ਦੇ ਖਿਲਾਫ ਜੋ ਕ੍ਰਿਮੀਨਲ ਕੇਸਿਸ ਦਰਜ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ ਜਾਂ ਜਦੋਂ ਤੋਂ ਵੀ ਹੋਏ ਨੇ, ਇਹਨਾਂ ਦੀ ਸੁਣਵਾਈ ਜਲਦੀ ਕੀਤੀ ਜਾਵੇ। ਬਲਕਿ ਉਹਨਾਂ ਨੇ ਸਾਰੇ ਹਾਈ ਕੋਰਟਸ ਨੂੰ ਵੀ ਲਿਖਿਆ ਸੀ ਤੇ ਹੁਣ ਜਾ ਕੇ ਅਮਾਈਕਸ ਕਿਊਰੀ ਨੇ ਇਹ ਜਾਣਕਾਰੀ ਦਿੱਤੀ ਆ ਕਿ 44% ਲੋਕ ਸਭਾ ਦੇ ਤੇ 31% ਰਾਜ ਸਭਾ ਦੇ। ਜੁਲਾਈ ਸਨ 2022 ਤੱਕ ਦਾ ਇਹ ਡੇਟਾ, ਪਿਛਲੇ ਸਾਲ ਤੱਕ ਦਾ, ਇੰਨੇ ਐਮਪੀਜ਼ ਇਸ ਟਾਈਮ ਕ੍ਰਿਮੀਨਲ ਕੇਸ ਜਿਹੜੇ ਆ ਉਹ ਫੇਸ ਕਰ ਰਹੇ ਆ। ਮੈਂ ਤੁਹਾਨੂੰ ਇਹਦਾ ਸਹੀ ਅੰਕੜਾ ਵੀ ਦਊਂਗਾ। ਇਹ 17ਵੀਂ ਰਿਪੋਰਟ ਜਿਹੜੀ ਆ ਉਹ ਸਬਮਿਟ ਕੀਤੀ ਗਈ ਸੀ ਪਿਛਲੇ ਸਾਲ, ਵੈਸੇ 18ਵੀਂ ਰਿਪੋਰਟ ਵੀ ਆ ਗਈ ਆ। ਤੇ ਇਸੇ ਤਰ੍ਹਾਂ ਜਿਹੜੀ ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ, ਇਸ ਐਸੋਸੀਏਸ਼ਨ ਦਾ ADR ਦਾ ਵੀ ਇਹਨਾਂ ਨੇ ਸਹਾਰਾ ਲਿੱਤਾ ਤਾਂ ਕਿ ਇਸ ਰਿਪੋਰਟ ਨੂੰ ਪੁਖਤਾ ਕੀਤਾ ਜਾ ਸਕੇ। ਮੈਂ ਥੋੜਾ ਜਿਹਾ ਇਹ ਦੱਸਦਾ ਕਿ ਲੋਕ ਸਭਾ ਦੇ ਪਰਸੈਂਟੇਜ ਤਾਂ ਮੈਂ ਤੁਹਾਨੂੰ ਦੱਸਤੀ, 542 ਦੇ ਵਿੱਚੋਂ 236 ਇਸ ਤਰ੍ਹਾਂ ਦੇ MP ਨੇ ਜਿਨ੍ਹਾਂ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਕ੍ਰਿਮੀਨਲ ਜਾਂ ਸੰਗੀਨ ਦੋਸ਼ ਆ, ਛੋਟੇ ਤੋਂ ਲੈ ਕੇ ਵੱਡੇ ਤੱਕ, ਤੇ ਇਹ ਲਗਭਗ 44% ਬਣ ਜਾਂਦੇ ਆ। ਇਸੇ ਤਰ੍ਹਾਂ ਰਾਜ ਸਭਾ ਦੇ ਵਿੱਚ 226 ਦੇ ਵਿੱਚੋਂ 71 MP ਨੇ ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਉੱਤੇ ਸੰਗੀਨ ਕ੍ਰਿਮੀਨਲ ਦੋਸ਼ ਨੇ, 31 ਉਹ ਬਣਦੇ ਨੇ। ਤੇ ਇਸ ਤੋਂ ਇਲਾਵਾ 3991 ਪੂਰੇ ਭਾਰਤ ਦੇ ਵਿੱਚ ਵੱਖਰੀਆਂ ਵੱਖਰੀਆਂ ਅਸੈਂਬਲੀਜ਼ ਨੇ, ਉਹਨਾਂ ਦੇ MLAs ਨੇ, ਤੇ ਉਹਨਾਂ ਦੇ ਵਿੱਚੋਂ 1723 ਜਿਹੜੇ MLAs ਨੇ ਉਹਨਾਂ ਤੇ ਵੀ ਕ੍ਰਿਮੀਨਲ ਦੋਸ਼ ਨੇ। ਸੋ ਕੋਰਟ ਨੇ ਇਹ ਗੱਲ ਕਹੀ ਆ ਕਿ ਇਹਨਾਂ ਸਾਰੇ ਮਾਮਲਿਆਂ ਨੂੰ ਛੇਤੀ ਤੋਂ ਛੇਤੀ ਡਿਸਪੋਜ਼ ਆਫ ਕੀਤਾ ਜਾਵੇ, ਹੱਲ ਕੀਤਾ ਜਾਵੇ। ਗੱਲ ਤਾਂ ਇਹ ਵੀ ਕਹੀ ਸੀ, ਅਮਾਈਕਸ ਕਿਊਰੀ ਨੇ, ਵਕੀਲ ਨੇ, ਕੋਰਟ ਨੂੰ ਇਹ ਸੁਝਾਅ ਦਿੱਤਾ ਸੀ ਕਿ ਜਿਹੜੇ MPs ਜਾਂ MLAs ਜਾਣ ਬੁੱਝ ਕੇ ਇਹਨਾਂ ਪ੍ਰੋਸੀਡਿੰਗਸ ਨੂੰ ਡਿਲੇ ਕਰਦੇ ਨੇ, ਉਹਨਾਂ ਦੀਆਂ ਬੇਲਸ ਕੈਂਸਲ ਕੀਤੀਆਂ ਜਾਣ। ਸੋ ਮਕਸਦ ਇਹ ਆ ਕਿ ਜਿਹੜੇ ਕਹਿੰਦੇ ਨੇ ਕਿ ਸਾਡੇ ਤੇ ਪੋਲੀਟੀਕਲੀ ਮੋਟੀਵੇਟਡ ਕੇਸ ਨੇ ਜਾਂ ਇਹ ਤਾਂ ਸਾਡੇ ਨਾਲ ਪੋਲੀਟੀਕਲੀ ਵੈਂਡੇਟਾ, ਘੱਟੋ ਘੱਟ ਕੋਰਟਸ ਦੇ ਵਿੱਚ ਉਹਨਾਂ ਦਾ ਨਿਪਟਾਰਾ ਹੋ ਜੇ ਤਾਂ ਕਿ ਜਿਹੜੇ ਇਹਨਾਂ ਤੇ ਕ੍ਰਿਮੀਨਲ ਕੇਸ ਆ ਉਹ ਕਿਸੇ ਤਰ੍ਹਾਂ ਡਿਸਪੋਜ਼ ਆਫ ਕੀਤੇ ਜਾ ਸਕਣ। ਇਹ ਸੁਪਰੀਮ ਕੋਰਟ ਦਾ ਇੱਕ ਤਰ੍ਹਾਂ ਦਾ ਉਹਨਾਂ ਦਾ ਇਸ਼ਾਰਾ ਜਾਂ ਉਹਨਾਂ ਦੀ ਡਾਇਰੈਕਸ਼ਨ ਆ। ਹੁਣ ਦੇਖਦੇ ਆ ਕਿ ਇਹ ਸਾਰੀ ਦੀ ਸਾਰੀ ਇਹਨਾਂ ਨੇ ਆਪਣੀ ਰਿਪੋਰਟ ਤਾਂ ਸਬਮਿਟ ਕਰਵਾਤੀ ਆ, ਪਰ ਇਹ ਕਦੋਂ ਕੁ ਤੱਕ ਇਹ ਸਾਰਾ ਕੁਝ ਹੋਊਗਾ ਜਾਂ ਇਸ ਸਾਰੇ ਕੇਸਿਸ ਦਾ ਡਿਸਪੋਜ਼ਲ ਹੋਊਗਾ, ਉਹ ਆਪਾਂ ਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਦਿੱਲੀ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੀ ਪਾਰਲੀਮੈਂਟਰੀ ਮੀਟਿੰਗ ਸੀ, ਬੈਠਕ ਸੀ, ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚੇ ਹੋਏ ਸੀ ਤੇ ਅੱਜ ਉਹ ਵਿਰੋਧੀ ਪਾਰਟੀਆਂ ਤੇ ਜੰਮ ਕੇ ਵਰੇ ਨੇ। ਉਹਨਾਂ ਨੇ ਕਿਹਾ, ਕਹਿੰਦੇ ਜਿਸ ਤਰ੍ਹਾਂ ਦਾ ਇਹਨਾਂ ਦਾ ਵਿਹਾਰ ਆ, ਜਿਸ ਤਰ੍ਹਾਂ ਇਹ ਪਾਰਲੀਮੈਂਟ ਦੇ ਵਿੱਚ ਲਗਾਤਾਰ ਰੌਲਾ ਪਾ ਰਹੇ ਨੇ ਔਰ ਸੈਸ਼ਨ ਨੂੰ ਚੱਲਣ ਨਹੀਂ ਦੇ ਰਹੇ, ਕਹਿੰਦੇ ਲੱਗਦਾ ਇਹਨਾਂ ਨੇ ਪੱਕਾ ਹੀ ਮਨ ਬਣਾ ਲਿਆ ਕਿ ਅਸੀਂ ਤਾਂ ਹੁਣ ਵਿਰੋਧ 'ਚ ਹੀ ਰਹਿਣਾ ਜਾਂ ਅਸੀਂ ਹੁਣ ਆਪੋਜੀਸ਼ਨ 'ਚ ਹੀ ਰਵਾਂਗੇ। ਸਨ 2024 ਦੇ ਵਿੱਚ ਇਹ ਸੱਤਾ 'ਚ ਨਹੀਂ ਆਉਣ ਲੱਗੇ। ਵੈਸੇ ਵੀ ਉਹ ਕਹਿੰਦੇ ਸਨ 2047 ਤੱਕ ਹੁਣ ਅਸੀਂ ਅੰਮ੍ਰਿਤ ਕਾਲ ਦਾ ਸਮਾਂ ਤੇ ਸਨ 2047 ਤੱਕ ਅਸੀਂ ਭਾਰਤ ਨੂੰ ਇੱਕ ਡਿਵੈਲਪ ਨੇਸ਼ਨ ਯਾਨੀ ਕਿ ਇੱਕ ਪੂਰਾ ਤਰੱਕੀ ਯਾਫਤਾ ਮੁਲਕ ਬਣਾ ਦੇਣਾ। ਤੇ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਜੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ। ਉਹਨਾਂ ਦੇ ਨਾਲ ਰਵੀ ਸ਼ੰਕਰ ਪ੍ਰਸਾਦ ਜਾਂ ਹੋਰ ਮਨੋਜ ਤਿਵਾੜੀ, ਹੋਰ ਵੀ ਬੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਸੀ, ਇਹਨਾਂ ਨੇ ਵੀ ਵਿਰੋਧੀ ਪਾਰਟੀਆਂ ਤੇ ਜੰਮ ਕੇ ਹਮਲੇ ਕੀਤੇ। ਬਲਕਿ ਇੱਥੋਂ ਤੱਕ ਵੀ ਕਿਹਾ, ਕਹਿੰਦੇ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਤਾਂ ਇੱਕ ਫੋਰਨਰ ਨੇ ਬਣਾਇਆ ਸੀ। ਇਸੇ ਤਰ੍ਹਾਂ ਇਹਨਾਂ ਦਾ ਕੰਪੈਰੀਜ਼ਨ ਉਹਨਾਂ ਨੇ ਈਸਟ ਇੰਡੀਆ ਕੰਪਨੀ ਨਾਲ ਕਰਤਾ, ਕਹਿੰਦੇ ਉਹ ਵੀ ਇੱਕ ਵਿਦੇਸ਼ੀ ਕੰਪਨੀ ਸੀ। ਸੋ ਕਹਿਣ ਦਾ ਭਾਵ ਆ ਕਿ ਅੱਜ ਪੂਰੀ ਤਰ੍ਹਾਂ ਉਹਨਾਂ ਨੇ ਵਿਰੋਧੀ ਪਾਰਟੀਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਪਰ ਦੂਸਰੇ ਪਾਸੇ ਵਿਰੋਧੀ ਪਾਰਟੀ ਜਿਹੜੀਆਂ ਉਹ ਲਗਾਤਾਰ ਇਹ ਕਹਿ ਰਹੀਆਂ ਨੇ ਕਿ ਤੁਸੀਂ ਮਨੀਪੁਰ ਦੀ ਹਿੰਸਾ ਤੇ ਸਾਡੀ ਜਿਹੜੀ ਆ ਉਹ ਬਹਿਸ ਕਰਵਾਓ, ਲੋਕ ਸਭਾ ਦੇ ਵਿੱਚ ਵੀ ਤੇ ਰਾਜ ਸਭਾ ਦੇ ਵਿੱਚ ਵੀ। ਹਾਲਾਂਕਿ ਹੁੰਗਾਰਾ ਭਰਿਆ ਜਾ ਰਿਹਾ, ਪਰ ਹਜੇ ਤੱਕ ਅੱਜ ਚੌਥਾ ਦਿਨ ਆ, ਵਿੱਚ ਛੁੱਟੀਆਂ ਵੀ ਆ ਗਈਆਂ ਸੀ ਜਦੋਂ ਤੋਂ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਇਆ। ਹਜੇ ਤੱਕ ਬਾਰ-ਬਾਰ ਅਡਜਰਨਮੈਂਟਸ ਹੋ ਰਹੀਆਂ ਨੇ,
ਜਾਂ ਹਾਊਸ ਨੂੰ ਸਥਗਿਤ ਕੀਤਾ ਜਾ ਰਿਹਾ, ਪਰ ਬਹਿਸ ਨਹੀਂ ਹੋ ਰਹੀ। ਹਾਂ, ਭਰੋਸੇ ਜ਼ਰੂਰ ਦਿੱਤੇ ਜਾ ਰਹੇ ਨੇ ਲੋਕ ਸਭਾ ਦੇ ਸਪੀਕਰ ਵੱਲੋਂ ਵੀ ਤੇ ਰਾਜ ਸਭਾ ਦੇ ਚੇਅਰਮੈਨ ਵੱਲੋਂ ਵੀ। ਵਾਈਸ ਪ੍ਰੈਜ਼ੀਡੈਂਟ ਜਿਹੜੇ ਹੁੰਦੇ ਨੇ ਭਾਰਤ ਦੇ, ਉਹ ਰਾਜ ਸਭਾ ਦੇ ਚੇਅਰਮੈਨ ਵੀ ਹੁੰਦੇ ਨੇ। ਉਹਨਾਂ ਨੇ ਵੀ ਭਰੋਸਾ ਦਿੱਤਾ, ਬਲਕਿ ਕੱਲ ਤਾਂ ਉਹਨਾਂ ਨੇ ਬੀਤੇ ਕੱਲ ਸੰਜੇ ਸਿੰਘ, ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਉਹ ਮੈਂਬਰ, ਉਹ ਜਦੋਂ ਉਹਨਾਂ ਦੀ ਕੁਰਸੀ ਦੇ ਨੇੜੇ ਪਹੁੰਚ ਕੇ ਇਹ ਗੱਲ ਉਹਨਾਂ ਨੇ ਕਹੀ ਕਿ ਘੱਟੋ ਘੱਟ ਬਹਿਸ ਕਿਉਂ ਨਹੀਂ ਕਰਾਉਂਦੇ ਮਨੀਪੁਰ ਦੀ ਹਿੰਸਾ ਉੱਤੇ, ਤੇ ਉਹਨਾਂ ਨੂੰ ਪੂਰੇ ਮੌਨਸੂਨ ਸੈਸ਼ਨ ਲਈ, ਜਿਹੜਾ ਕਿ 11 ਅਗਸਤ ਤੱਕ ਚੱਲਣਾ, ਸਸਪੈਂਡ ਹੀ ਕਰ ਦਿੱਤਾ ਗਿਆ। ਬਾਅਦ ਦੇ ਵਿੱਚ ਉਹ ਬਾਹਰ ਆ ਕੇ ਮਹਾਤਮਾ ਗਾਂਧੀ ਦੀ ਮੂਰਤੀ ਦੇ ਅੱਗੇ ਆ ਕੇ ਧਰਨਾ ਪ੍ਰਦਰਸ਼ਨ ਕਰਨ ਲੱਗੇ ਜਾਂ ਆਪਣਾ ਵਿਰੋਧ ਪ੍ਰਦਰਸ਼ਨ ਕਰਨ ਲੱਗ ਪਏ। ਪਰ ਤੁਸੀਂ ਇਹਦੇ ਵਿੱਚ ਇਹ ਦੇਖੋ ਕਿ ਜਿੰਨੇ ਇਹ ਵਿਰੋਧੀ ਧਿਰ ਨੇ, ਇਹਨਾਂ ਦੀ ਮੰਗ ਕੀ ਆ? ਇਹ ਇਹੀ ਚਾਹੁੰਦੇ ਨੇ ਕਿ ਇੱਕ ਤਾਂ ਨਰਿੰਦਰ ਮੋਦੀ ਸਦਨ ਦੇ ਵਿੱਚ ਆ ਕੇ, ਪਾਰਲੀਮੈਂਟ ਦੇ ਵਿੱਚ ਆ ਕੇ ਮਨੀਪੁਰ ਦੀ ਹਿੰਸਾ ਤੇ ਆਪਣਾ ਇੱਕ ਸਟੇਟਮੈਂਟ ਜਾਰੀ ਕਰਨ ਜਾਂ ਆਪਣੀ ਇੱਕ ਟਿੱਪਣੀ ਦੇਣ, ਤਾਂ ਕਿ ਉਹਨਾਂ ਨੂੰ ਸਥਿਤੀ ਸਪਸ਼ਟ ਹੋਵੇ ਕਿ ਮਨੀਪੁਰ ਦੇ ਵਿੱਚ ਚੱਲ ਕੀ ਰਿਹਾ। ਕਿਉਂਕਿ ਹਿੰਸਾ ਜਿਹੜੀ ਆ ਉਹ ਅੱਜ ਦੀ ਤਰੀਕ ਤੱਕ ਵੀ ਹਜੇ ਤੱਕ ਬੰਦ ਨਹੀਂ ਹੋਈ। ਦੂਸਰਾ, ਉਹ ਚਾਹੁੰਦੇ ਨੇ ਕਿ ਇਸ ਤੇ ਚਰਚਾ ਹੋਵੇ ਤਾਂ ਕਿ ਜਿਹੜੇ ਵਿਰੋਧੀ ਧਿਰਾਂ ਨੇ ਉਹ ਵੀ ਇਹਦੇ ਵਿੱਚ ਭਾਗ ਲੈ ਸਕਣ, ਇੱਕ ਦੂਸਰੇ ਨੂੰ ਸਵਾਲ ਜਵਾਬ ਹੋਣ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਲੀਮੈਂਟ ਤੋਂ ਬਾਹਰ 35-36 ਸੈਕਿੰਡ ਦਾ ਉਹ ਸਟੇਟਮੈਂਟ ਤਾਂ ਜਾਰੀ ਕਰਤੀ, ਪਰ ਉਸ ਤੋਂ ਬਾਅਦ ਹਜੇ ਤੱਕ ਕੁਝ ਨਹੀਂ ਬੋਲੇ। ਸੋ ਇਸ ਉੱਤੇ ਲਗਾਤਾਰ ਆਪਸ ਦੇ ਵਿੱਚ ਗਤੀਰੋਧ, ਸਟੇਲਮੇਟ ਉਹ ਬਣਿਆ ਹੋਇਆ, ਲੌਕ ਜੈਮ ਬਣਿਆ ਹੋਇਆ, ਉਸ ਨੂੰ ਆਪਾਂ ਦੇਖ ਹੀ ਸਕਦੇ ਹਾਂ। ਪਰ ਇੱਕ ਗੱਲ ਦੀ ਹੈਰਾਨੀ ਹੁੰਦੀ ਆ, ਜੇ ਯੂਰਪੀਅਨ ਯੂਨੀਅਨ ਪਾਰਲੀਮੈਂਟ ਇਸ ਉੱਤੇ ਮਤਾ ਲਿਆ ਸਕਦੀ ਹੈ, ਯਾਨੀ ਕਿ ਮਨੀਪੁਰ ਦੀ ਹਿੰਸਾ ਤੇ ਮਤਾ ਲਿਆ ਕੇ ਉਹਨੂੰ ਪਾਸ ਕਰ ਸਕਦੀ ਹੈ, ਉੱਥੇ ਡਿਸਕਸ਼ਨ ਹੋ ਸਕਦੀ ਹੈ। ਜੇ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਆ ਸਕਦਾ ਤੇ ਉੱਥੇ ਡਿਸਕਸ ਹੋ ਸਕਦਾ। ਜੇ ਯੂਐਸ ਯਾਨੀ ਕਿ ਅਮਰੀਕਾ ਇਸ ਉੱਤੇ ਆਪਣੀ ਚਿੰਤਾ ਵਿਅਕਤ ਕਰ ਸਕਦਾ। ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਭਾਰਤ ਵਿੱਚ ਐਂਬੈਸਡਰ ਨੇ ਐਰਿਕ ਗਾਰਸਿਟੀ, ਉਹਨਾਂ ਨੂੰ ਜਦੋਂ ਇਹ ਦੱਸਿਆ ਗਿਆ ਕਿ ਇਹ ਭਾਰਤ ਦਾ ਇੰਟਰਨਲ ਮਾਮਲਾ, ਬਲਕਿ ਉਹਨਾਂ ਨੇ ਬਾਅਦ ਦੇ ਵਿੱਚ ਇਸ ਉੱਤੇ ਵੀ ਰਿਐਕਸ਼ਨ ਦਿੱਤਾ। ਉਹ ਕਹਿੰਦੇ ਭਾਰਤ ਦਾ ਇੰਟਰਨਲ ਮਾਮਲਾ ਤਾਂ ਜ਼ਰੂਰ ਆ, ਪਰ ਇਹ ਹਿਊਮੈਨਿਟੇਰੀਅਨ, ਇਹ ਮਨੁੱਖੀ ਅਧਿਕਾਰਾਂ ਦੇ ਹਨਨ ਦਾ ਮਾਮਲਾ, ਇਸ ਨੂੰ ਇੰਨਾ ਤੁਸੀਂ ਲਾਈਟਲੀ ਨਾ ਲਓ। ਇਸ ਕਰਕੇ ਅਸੀਂ ਤਾਂ ਮਦਦ ਕਰਨਾ ਚਾਹੁੰਦੇ ਆ। ਜੇ ਦੁਨੀਆ ਭਰ ਦੇ ਮੁਲਕ ਇਹ ਸਾਰਾ ਕੁਝ ਡਿਸਕਸ ਕਰ ਸਕਦੇ ਆ, ਤੇ ਭਾਰਤ ਔਰ ਮਨੀਪੁਰ, ਜਿਹੜਾ ਕਿ ਮਨੀਪੁਰ ਭਾਰਤ ਦਾ ਹਿੱਸਾ, ਤੇ ਉਸ ਮਨੀਪੁਰ ਦੇ ਵਿੱਚ ਲਗਾਤਾਰ 83-84 ਦਿਨਾਂ ਤੋਂ ਹਿੰਸਾ ਚੱਲ ਰਹੀ ਆ, ਤੇ ਉਹ ਮੁੱਦਾ ਪਾਰਲੀਮੈਂਟ ਦੇ ਵਿੱਚ ਕਿਉਂ ਨਹੀਂ ਡਿਸਕਸ ਹੋ ਸਕਦਾ? ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।